वाहेगुरु 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 वाहेगुरु। तनासुरी महला चौथा। मेरे साहा मैं हर दर्शन सुख होए। हमारी बेदन तू जानता साहा। अवर क्या जाने कोई। मेरे साहा मैं हर दर्शन सुख होए। हमारी बेदना तू जानता साहा। अवर क्या जाने कोई। वाहेगुरु जी का खालसा वाहेगुरु जी की फतेह। गुरु रूप गुरु की साजी नवाजी गुरु स्वरूप गुरु खालसा सत संगत जी। निमरता दी इंथा शांति दे पुंज सोढ़ी सुल्तान उन्होंने साडे ते कृपा करके उस वैगुरु दे अगे सानू अरदास करन दा ढंग तरीका दस्या है। गुरु प्रताप ग्रंथ का मुतालिया करिए ते दसम पातशाह महाराज जी ने अरदास तो गल आ गई। एक अजैन का रहन वाला गुरु का लाल जिदा नाम बिशंबर दास करके लिखा है, वो कलगीधर पातशाह के चरणों का भौरा सी। उन्हें बेनती की कि महाराज दिन च कितनी बेर अरदास करनी चाहिए है, कदों करनी चाहिए है। तो ज्ञानी संतोख सिंह के मुताबिक वो 100 अरदास का जिक्र है। 100 अरदास का सौन लगे अरदास करनी है, पता नहीं सवेरे उठना कि नहीं उठना। अरदास करनी मालका जे सुत्या प्राण निकल गए तो मैनू चरणों में थां दे। दिन चढ़िया है अरदास करनी पातशाह किसी गुरमुख के मत्थे लाई। पानी पीता है अरदास करनी वैगुरु इस पानी दे पीण नाल मेरी बुद्धि भ्रिष्ट ना हो जाए। मेरे ते मेहर करी ये पानी नाल मेरी बुद्धि सुची रहे। ये मैं केवल उदाहरण मात्र बेनती की है। 100 अरदासां की जानकारी दी है कलगीधर बापू ने बिशंबर दास अजैन वाले गुरसिख नूं। इसे प्रकार गुरमुखो अज दा पावन पवित्र फरमान उस वैगुरु के अगे अरदास असीं किवें करनी है, की ढंग तरीका है। मैं लफ्ज किया निमरता दे पुंज, इहदी उदाहरण है धन गुरु नानक पातशाह दे बड़े साहबजादा बाबा श्री चंद जी। मैं इहो जे भोले लोग वेखे, एक बंदा कहंदा भी ज्ञानी जी तुहाडा बाबा श्री चंद बारे की राय है, तुहाडे मन च उन्हां दे बारे की ख्याल ने। मैं कहा मेरे गुरु का साहबजादा है, मैं तो नमस्कार करांगा बाबा श्री चंद नूं। असीं तां गुरु के जोड़े वेखे ने, तख्त साहब पटना साहब ते गुरु के जोड़ियां नूं मत्था टेकदे हां। जिहड़ा गुरु नानक पातशाह दे कर पुत जम के बने आया ना, पता नहीं किन्नी को दी कमाई है। मेरे मन में उन्हां दा बहुत सत्कार है बाबा श्री चंद दा, क्योंकि मेरे गुरुदेव दा साहिबजादा है। पर सुभाव आपो अपना एक सरपंच लोकां दियां पर्चियां नाल सरपंच बनदा ते उहदे भतीजे
ਉੱਚੇ ਉੱਚੇ ਹੋ ਕੇ ਤੁਰਦੇ ਨਹੀਂ ਪਏ, ਅਸੀਂ ਸਰਪੰਚ ਦੇ ਭਤੀਜੇ ਆ, ਮਾਮੂਲੀ ਜੀ ਗੱਲ। ਸਾਡਾ ਥਾਣੇਦਾਰ ਫੁੱਫੜ ਹੈ, ਤੇ ਜਿਹਦਾ ਗੁਰੂ ਨਾਨਕ ਪਿਓ ਹੋਵੇ, ਗੁਰਮੁਖੋਂ ਮਾੜੀ ਮੋਟੀ ਆਕੜ ਫਾਕੜ ਆਈ ਜਾਂਦੀ ਕਿ ਮੈਂ ਗੁਰੂ ਨਾਨਕ ਦਾ ਪੁੱਤ ਹਾਂ, ਜਿਹੜੇ ਗੁਰੂ ਨਾਨਕ ਨੂੰ ਮੱਕੇ ਨੇ ਵੀ ਸਿਜਦਾ ਕੀਤਾ। ਇਹ ਗੱਲ ਵਿੱਚੋਂ ਸੁਭਾਵਿਕ ਆ ਗਈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਾਨੂੰ ਬਾਬਾ ਸ਼੍ਰੀ ਚੰਦ ਜੀ ਮਿਲੇ ਤੇ ਸੁਭਾਅ ਦੇ ਮੁਤਾਬਕ ਕਹਿਣ ਲੱਗੇ, ਮਹਾਰਾਜ ਤੁਹਾਡਾ ਦਾੜਾ ਬੜਾ ਲੰਮਾ ਤੇ ਬੜਾ ਸੁੰਦਰ ਹੈ। ਹੁਣ ਤਾਂ ਆਪਾਂ ਦਾੜੀਆਂ ਦੀ ਕਦਰੀ ਨਹੀਂ ਕਰਦੇ, ਕਿਸੇ ਲਾਲ ਰੰਗ ਲਾ ਦਿੱਤਾ, ਕਿਸੇ ਕਾਲਾ ਲਾ ਦਿੱਤਾ, ਕੋ ਵੱਢੀ ਜਾਂਦਾ। ਮੈਂ ਹੈਰਾਨ ਹਾਂ, ਦਾੜੀ ਏਡੀ ਪਾਕ ਪਵਿੱਤਰ ਹੈ ਤੇ ਕਈ ਲੋਕ ਦਾੜੀ ਦੇ ਦਾੜੇ ਦੁਆਏ ਹੋਏ ਰਹਿੰਦੇ ਨੇ। ਸੱਜੇ ਪਾਸੇ ਤੋਂ ਵਾਲ ਪੁੱਟੇ, ਕਦੇ ਖੱਬੇ ਤੋਂ ਪੁੱਠੇ। ਇਹ ਨਾ ਪੁੱਟਿਆ ਕਰੋ ਕਿ ਸਿੱਖੀ ਦੀ ਜੜ ਹੈ। ਇਹ ਸੁਭਾਵਿਕ ਗੱਲ ਆ ਗਈ। ਕਹਿਣ ਲੱਗੇ, ਮਹਾਰਾਜ ਤੁਹਾਡਾ ਦਾੜਾ ਬੜਾ ਸੁੰਦਰ ਹੈ, ਤੁਹਾਡਾ ਦਾੜਾ ਬੜਾ ਲੰਮਾ ਹੈ, ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੈਨੂੰ ਕਰੋੜਾਂ ਵੇਰਾ ਨਮਸਕਾਰ। ਕਹਿੰਦੇ, ਬਾਬਾ ਜੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਦੀ ਇਹ ਖੀਰ ਹੈ। ਇੱਕਦਮ ਧਨਮ ਕਰਕੇ ਬਾਬਾ ਸ਼੍ਰੀ ਚੰਦ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਤੇ ਡੇਕੇ ਕਹਿਣ ਲੱਗਾ, ਮੈਨੂੰ ਅੱਜ ਪਤਾ ਲੱਗਾ ਵੀ ਅਸੀਂ ਖਾਲੀ ਕਿਵੇਂ ਰਹਿ ਗਏ ਤੇ ਤੁਹਾਡੀਆਂ ਝੋਲੀਆਂ ਕਿਵੇਂ ਭਰ ਗਈਆਂ। ਤੁਹਾਡੇ 'ਚ ਇੰਨੀ ਨਿਮਰਤਾ, ਉਹ ਨਿਮਰਤਾ ਦੇ ਪੁੰਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਵੇਂ ਸਾਨੂੰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਢੰਗ ਦੱਸ ਰਹੇ ਨੇ, ਇਹਨੂੰ ਕੇਵਲ ਸੁਣੀਏ ਹੀ ਨਾ, ਇਹਨੂੰ ਕੇਵਲ ਬੋਲੀਏ ਨਾ। ਗੁਰੂ ਸਾਡੇ ਤੇ ਮਿਹਰ ਕਰੇ, ਕਿਤੇ ਇਹ ਸਿਧਾਂਤ ਸਾਡੇ ਅੰਦਰ ਵਸ ਜਾਣ। ਹਜ਼ੂਰ ਜਿਵੇਂ ਕਿਰਪਾ ਕਰਦੇ ਨੇ, ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਤਨਾਸਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ। ਤੂੰ ਮੇਰਾ ਸ਼ਾਹੂਕਾਰ ਹੈ ਤੇ ਤੇਰੇ ਦਰਸ਼ਨ ਦੇ ਨਾਲ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮੈਂ ਲਫ਼ਜ਼ ਵਰਤਿਆ ਪਰਮ ਸੁਖ। ਪਰਮ ਸੁਖ ਇਸ ਕਰਕੇ ਕਿਉਂਕਿ ਖੱਖੇ ਦੇ ਪੈਰ ਥੱਲੇ ਔਂਕੜ ਹੈ। ਅਗਰ ਸੁਖ ਹੁੰਦਾ ਨਾ ਤੇ ਫਿਰ ਇਹਦਾ ਅਰਥ ਪਰਮ ਸੁਖ ਨਹੀਂ ਸੀ ਬਣਨਾ। ਇਹ ਪਰਮ ਸੁਖ ਦਾ ਭਾਵ ਹੁੰਦਾ ਹੈ ਉਹ ਸੁਖ ਜਿਹੜਾ ਸਦੀਵੀ ਤੌਰ ਤੇ ਬਣਿਆ ਰਹੇ। ਆਪਾਂ ਸੁੱਖ ਸਾਰੇ ਆਪਾਂ ਨੂੰ ਵਾਹਿਗੁਰੂ ਦਿੰਦਾ। ਸਾਡੇ ਘਰ ਪੋਤਰਾ ਆਇਆ ਤਾਂ ਵੀ ਮਨ ਖੁਸ਼, ਦੋਤਰਾ ਆਇਆ ਤੇ ਤਾਂ ਵੀ ਮਨ ਨੂੰ ਠੰਡ ਪੈ ਗਈ, ਹੋਰ ਕੋਈ ਚੰਗੀ ਖਬਰ ਮਿਲੀ ਤੇ ਮਨ ਨੂੰ ਸ਼ਾਂਤੀ ਆਈ, ਪਰ ਉਹ ਸਦੀਵੀ ਨਹੀਂ ਰਹਿੰਦੀ, ਉਹ ਟੈਂਪਰੇਰੀ ਹੁੰਦੀ ਹੈ। ਜਿਹੜਾ ਦਰਸ਼ਨ ਲਫ਼ਜ਼ ਹੈ ਨਾ, ਇਹਦੀਆਂ ਗੁਰਮੁਖੋਂ 4-5 ਕਿਸਮਾਂ ਲਿਖੀਆਂ ਨੇ ਸਾਡੇ ਵਡੇਰਿਆਂ ਨੇ। ਸੁਪਨ ਦਰਸ਼ਨ, ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ, ਸ਼ਬਦ ਦਰਸ਼ਨ। ਸੁਪਨ ਦਰਸ਼ਨ ਦਾ ਭਾਵ ਹੁੰਦਾ ਹੈ ਕਿ ਸੁਪਨੇ ਵਿੱਚ ਦਰਸ਼ਨ ਹੋਣੇ ਤੇ ਜਾਗ ਖੁੱਲਣੀ ਤੇ ਕੁਝ ਵੀ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਦੇ ਬੜੇ ਪਿਆਰੇ ਬੋਲ ਨੇ, ਉਹਨਾਂ ਲਿਖੇ ਵਾਹਿਗੁਰੂ ਨੂੰ ਸੰਬੋਧਨ ਕਰਕੇ, ਕਿਉਂਕਿ ਗੁਰੂ ਦੇ ਪਿਆਰ ਵਾਲੇ ਸਨ। ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਤਾਂ ਗਲ ਬੱਕੜੀ ਪਾਈ, ਨਿਰੇ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਵਾਹਿਗੁਰੂ ਤੂੰ ਚਾਨਣਾ, ਨੰਦ ਤਾਂ ਆਇਆ ਪਰ ਜਾਗ ਖੁੱਲੀ ਤੇ ਤੂੰ ਗਵਾਚ ਗਿਓ। ਸੁਪਨੇ ਦਾ ਦਰਸ਼ਨ ਟੈਂਪਰੇਰੀ। ਚਿੱਤਰ ਦਰਸ਼ਨ, ਜਿਹਨੂੰ ਮੂਰ ਦਰਸ਼ਨ ਵੀ, ਕਿਉਂਕਿ ਚਿੱਤਰ ਤੇ ਮੂਰ ਤੇ ਕੁਝ ਲਫ਼ਜ਼ ਸਾਂਝਾ ਹੈ। ਫੋਟੋ ਤੋਂ ਵੇਖ ਕੇ ਸਾਨੂੰ ਯਾਦ ਆਉਂਦਾ ਵੀ ਇਹ ਫਲਾਣੇ ਸ਼ਹੀਦ ਦੀ ਫੋਟੋ ਹੈ, ਫਲਾਣੇ ਭਗਤ ਦੀ ਫੋਟੋ ਹੈ, ਫਲਾਣੇ ਗੁਰਮੁਖ ਦੀ ਫੋਟੋ ਹੈ।
ਲੇਕਿਨ ਉਹ ਚਿੱਤਰ ਦਰਸ਼ਨ ਵੀ ਝੂਠਾ ਹੈ। ਜਿਹਦਾ ਚਿੱਤਰ ਹੈ ਨਾ ਉਹ ਕਦੇ ਜਵਾਨ ਹੋਵੇਗਾ, ਕਦੇ ਬੁੱਢਾ ਵੀ ਹੋਇਆ ਹੋਵੇਗਾ। ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਚਿੱਤਰ ਵੇਖਦੇ ਆ ਨਾ, ਤੇ ਤਕਰੀਬਨ ਜਿੰਨੀਆਂ ਵੀ ਫੋਟੋਆਂ ਨੇ ਮਹਾਰਾਜ ਦੇ ਚਿੱਟੇ ਦਾੜੇ ਦੀਆਂ, ਕੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਵਾਨੀ 'ਚ ਨਹੀਂ ਰਹੇ? ਉਹ ਵੀ ਝੂਠਾ ਹੈ। ਪ੍ਰਤੱਖ ਦਰਸ਼ਨ ਕੀਤੇ, ਆਪਾਂ ਇੱਕ ਦੂਜੇ ਨੂੰ ਆਹਮਣੇ ਸਾਹਮਣੇ ਹੋ ਕੇ ਮਿਲੇ, ਪਰ ਆਖਰਕਾਰ ਜਿਹਦੇ ਦਰਸ਼ਨ ਕੀਤੇ ਨੇ ਉਹਨੇ ਅੱਖੋਂ ਓਲੇ ਹੋ ਜਾਣਾ। ਜੇ ਪਰਦੇਸੀ ਤੇ ਪ੍ਰਵੇਸ਼ ਚਲਾ ਜਾਏਗਾ, ਜੇ ਕੋਈ ਉਹਦੀ ਹੋਰ ਜਗ੍ਹਾ ਤੇ ਉੱਥੇ ਚਲਾ ਜਾਏਗਾ। ਸਾਰਿਆਂ ਤੋਂ ਇੰਪੋਰਟੈਂਟ ਹੈ ਸ਼ਬਦ ਦਰਸ਼ਨ। ਸ਼ਬਦ ਸਦੀਵੀ ਤੌਰ ਤੇ ਸਾਡੇ ਹਿਰਦੇ ਵਿੱਚ ਵਸਦਾ। ਇਸ ਕਰਕੇ ਸਾਡੇ ਗੁਰੂ ਨੇ ਸਾਨੂੰ ਮੂਰਤੀਆਂ ਤੋਂ ਵਰਜ ਕੇ, ਸਾਨੂੰ ਸੁਪਨਿਆਂ ਦੇ ਖਿਆਲ ਤੋਂ ਹੋੜ ਕੇ ਸ਼ਬਦ ਨਾਲ ਜੋੜਿਆ, ਕਿਉਂਕਿ ਸ਼ਬਦ ਇਮੋਰਟਲ ਹੈ। ਸ਼ਬਦ ਮਰਦਾ ਨਹੀਂ, ਸ਼ਬਦ ਸਦੀਵੀ ਹੈ। ਇਸ ਕਰਕੇ ਅਸੀਂ ਅਰਦਾਸ ਕਰੀਏ ਕਿ ਮਹਾਰਾਜ ਜਿਹੜਾ ਤੇਰਾ ਸ਼ਬਦ ਹੈ ਨਾ, ਇਹ ਸਦੀਵੀ ਤੌਰ ਤੇ ਸਾਡੇ ਸਾਹਮਣੇ ਰਹਿ। ਤੇ ਜੇ ਸ਼ਬਦ ਸਾਹਮਣੇ ਰਹੇਗਾ ਨਾ, ਤੇ ਸਾਡਾ ਗੁਰੂ ਕਹਿੰਦਾ ਇਹ ਨੇਤਰੋ ਮੇਰ ਹੋ ਹਰ ਤੁਮ ਮੈਂ ਜੋ ਧਰੇ, ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰ ਹੀ ਹਰਨੇ ਆਲਿਆ। ਇਹ ਮੇਰੀ ਅੱਖੋ ਗਲਤ ਨਾ ਵੇਖਿਆ ਜੇ, ਇਹਨਾਂ ਅੱਖਾਂ 'ਚ ਵਾਹਿਗੁਰੂ ਵਸਦਾ ਹੈ। ਹੇ ਪਰਿਪੂਰਨ ਪ੍ਰਮਾਤਮਾ ਤੂੰ ਸ਼ਾਹੂਕਾਰ ਹੈ, ਕਿਰਪਾ ਕਰ ਮੈਨੂੰ ਸਦੀਵੀ ਸੁਖ ਬਖਸ਼ਣਾ ਕਰ। ਕਿਉਂ ਹਮਰੀ ਬੇਦਨ ਤੂੰ ਜਾਣਤਾ ਸਾਹਾ। ਮੈਂ ਤੇਰੇ ਅੱਗੇ ਬੇਨਤੀ ਤਾਂ ਕੀਤੀ ਵੀ ਮੇਰੀ ਪੀੜ ਨੂੰ ਤੂੰ ਜਾਣਦਾ, ਵੀ ਮੈਨੂੰ ਪੀੜ ਕੀ ਹੈ, ਕੀ ਦਰਦ ਹੈ। ਬੇਦਨ ਕਹਿੰਦੇ ਨੇ ਪੀੜ ਨੂੰ, ਦਰਦ ਨੂੰ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਇੱਕ ਨੁਕਤਾ ਮੈਂ ਤਕਰੀਬਨ ਤੁਹਾਡੇ ਨਾਲ ਸਾਂਝਾ ਕਰਦਾ ਰਹਿਣਾ। ਆਪਾਂ ਜਦੋਂ ਵੀ ਕਿਸੇ ਭੈਣ ਭਰਾ ਦੋਸਤ ਮਿੱਤਰ ਨੂੰ ਮਿਲਦੇ ਤੇ ਆਪਾਂ ਕਹਿੰਦੇ ਤੁਸੀਂ ਕਦੋਂ ਆਇਓ, ਤੇ ਜੇ ਆਪਾਂ ਆਖੇ ਨੇ ਵੀ ਤੂੰ ਕਦੋਂ ਆਇਆ ਤੇ ਪਾਸੇ ਉਹ ਕਹਿਣਗੇ ਨਹੀਂ, ਬੋਲਣ ਦੀ ਅਕਲ ਨਹੀਂ, ਤੂੰ ਕਰਦਾ ਹੈ। ਲੇਕਿਨ ਗੁਰੂ ਕੀ ਬਾਣੀ ਵਿੱਚ ਜਦੋਂ ਵੀ ਪ੍ਰਮਾਤਮਾ ਨੂੰ ਮੁਖਾਤਬ ਕੀਤਾ ਉੱਥੇ ਤੂੰ ਆਖਿਆ। ਕਾਰਨ ਤੁਸੀਂ ਦਾ ਭਾਵ ਹੁੰਦਾ ਬਹੁ ਵਚਨ, ਇੱਕ ਤੋਂ ਜ਼ਿਆਦਾ, 2 4 5 7 ਤੁਸੀਂ। ਤੂੰ ਦਾ ਭਾਵ ਹੈ ਕੇਵਲ ਤੇ ਕੇਵਲ ਇੱਕ ਤੂੰ। ਮੈਂ ਤੇਰੇ ਤੋਂ ਬਿਨਾਂ ਹੋਰ ਦੋ ਚੌ ਨੂੰ ਨਹੀਂ ਮੰਨਦਾ। ਕਿਉਂ? ਤੇਰੇ ਕੋ ਬਰਾਬਰ ਹੋ ਰੱਬ ਹੋਵੇ ਤੇ ਤਾਂ ਕਹਾਂ ਨਾ ਤੁਸੀਂ ਕਦੋਂ ਆਏ ਹੋ, ਤੇ ਤੂੰ ਹੈ ਹੀ ਇੱਕ। ਤੇਰਾ ਸਰੀਰ ਕੋ ਨਹੀਂ ਜਿਸ ਨੂੰ ਲਵੇ ਲਾਏ ਸੁਣਾਇਆ। ਹੇ ਵਾਹਿਗੁਰੂ ਤੂੰ ਮੇਰੀ ਅੰਦਰ ਦੀ ਦਰਦ ਨੂੰ ਜਾਣਦਾ ਹੈ, ਇਸ ਕਾਰਨ ਕਰਕੇ ਤੈਨੂੰ ਬੇਨਤੀ ਕਰ ਰਿਹਾ ਹਾਂ। ਅਵਰ ਕਿਆ ਜਾਣੈ ਕੋਈ, ਤੇਰੇ ਤੋਂ ਬਿਨਾਂ ਜਿਹੜਾ ਹੋਰ ਇਸ ਗੱਲ ਨੂੰ ਜਾਣਦਾ ਨਹੀਂ, ਸਮਝਦਾ ਨਹੀਂ। ਰਹਾਉ ਵਿਸਰਾਮ ਦੇ ਕਰਕੇ ਦਇਆ ਕਰਦੇ ਹਨ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਸਾਹਿਬ ਦਾ ਭਾਵ ਹੁੰਦਾ ਹਿਜ ਹਾਈਨੈਸ, ਸਾਰਿਆਂ ਤੋਂ ਉੱਚਾ। ਅੰਗਰੇਜ਼ਾਂ ਦੇ ਜ਼ਮਾਨੇ 'ਚ ਜਦੋਂ ਅੰਗਰੇਜ਼ ਅਫਸਰਾਂ ਨੇ ਆਉਣਾ ਤੇ ਸਾਡੇ ਵਡੇਰਿਆਂ ਨੇ ਕਹਿਣਾ ਸਾਹਿਬ ਆਪਣੇ ਪਿੰਡ ਆਇਆ ਹੈ। ਕਾਫੀ ਸਮਾਂ ਆਜ਼ਾਦੀ ਤੋਂ ਬਾਅਦ 40-45 ਸਾਲ ਬਾਅਦ ਵੀ ਆਮ ਮੂਰਤੀਆਂ ਮਿਲਦੀਆਂ ਨੇ। ਮੇਮ ਸਾਹਿਬ ਦੀ ਮੂਰਤੀ। ਸਾਹਿਬ ਦਾ ਭਾਵ ਹੈ ਸਾਰਿਆਂ ਤੋਂ ਉੱਚਾ। ਹੇ ਵਾਹਿਗੁਰੂ ਇੱਕ ਤਾਂ ਤੂੰ ਸੱਚਾ ਹੈ, ਇੱਕ ਸਾਰਿਆਂ ਤੋਂ ਉੱਚਾ ਹੈ। ਤੇਰਾ ਕੀਆ ਸੱਚ ਸਭ ਹੋਏ। ਬਾਕੀ ਜੋ ਤੂੰ ਕਰਦਾ ਉਹ ਬਿਲਕੁਲ ਦਰੁਸਤ ਹੈ, ਤੂੰ ਗਲਤੀ ਨਹੀਂ ਕਰਦਾ। ਝੂਠਾ ਕਿਸ ਕਉ ਆਖੀਐ ਸਾਹਾ। ਮਹਾਰਾਜ ਝੂਠਾ ਕਿਹਨੂੰ ਕਹਿਣਾ ਕਰੀਏ, ਦੂਜਾ ਨਾਹੀ ਕੋਈ। ਕਿਉਂਕਿ ਤੇਰੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਇਸ ਕਰਕੇ ਕਿਹਨੂੰ ਝੂਠਾ ਕਹਿਣਾ ਕਰੀਏ। ਸਭਨਾ ਵਿੱਚ ਤੂੰ ਵਰਤਦਾ ਸਾਹਾ। ਸਾਰਿਆਂ ਦੇ ਵਿੱਚ ਵਿਆਪਕ ਹੈ। ਸਾਡੇ 'ਚ ਸੋਚ ਨਹੀਂ
ਕਿਸੇ ਨੇ ਉਹਨੂੰ ਮੰਦਿਰ ਵਿੱਚ ਕਲਪਿਤ ਕਰ ਲਿਆ, ਕਿਸੇ ਨੇ ਉਹਨੂੰ ਮਸੀਤ ਵਿੱਚ ਮੰਨ ਲਿਆ। ਲੇਕਿਨ ਬਾਜਾਂ ਵਾਲਾ ਬਾਪੂ ਕਹਿੰਦਾ ਦਿਉਰਾ ਮਸੀਤ ਸੋਈ, ਪੂਜਾ ਔਰ ਨਮਾਜ਼ ਹੋਈ, ਮਾਨ ਸਭ ਏਕ ਕੇ ਅਨੇਕ ਕੋ ਪ੍ਰਭਾਵ ਹੈ, ਏਕ ਨੈਣ ਏਕ ਕਾਨ ਏਕ ਦੇ, ਏਕ ਬਾਨ ਖਾਕ ਬਾਦ ਆਦ ਛੋ ਆਪ ਕੋ ਲਾਓ ਹੈ। ਸਾਰੇ ਪੰਜਾਂ ਤੱਤਾਂ ਦੇ ਬਣੇ ਨੇ। ਮਸੀਤ ਵਿੱਚ ਵੀ ਉਹ, ਮੰਦਿਰ ਦੇ ਵਿੱਚ ਵੀ ਉਹ, ਗੁਰਦੁਆਰੇ ਦੇ ਵਿੱਚ ਵੀ ਉਹ। ਸਭ ਤੁਝ ਹੈ ਧਿਆਵਹਿ ਦਿਨ ਰਾਤ। ਇਹ ਵੱਖ-ਵੱਖ ਢੰਗ ਤਰੀਕੇ ਨੇ। ਕੋਈ ਪ੍ਰਾਰਥਨਾ ਕਰਨ ਲੱਗ ਪਿਆ, ਕੋਈ ਦੁਆ ਕਰਨ ਲੱਗ ਪਿਆ, ਕਿ ਕੋਈ ਅਰਦਾਸ ਕਰਨ ਲੱਗ ਪਿਆ। ਇਹ ਸਾਰੇ ਤੈਨੂੰ ਹੀ ਦਿਨੇ ਰਾਤ ਚੇਤੇ ਕਰਦੇ ਹਨ। ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹ। ਕਾਕਾ ਇੱਕੋ ਇੱਕ ਬੇਨਤੀ ਵੀ ਜਿੰਨੇ ਨੇ ਤੇਰੇ ਮੰਗਤੇ ਹਨ। ਆਪਾਂ ਗੁਰਮੁਖ ਰੋਜ਼ਾਨਾ ਪੜ੍ਹਦੇ ਹਾਂ, ਇਹਨੂੰ ਧਾਰਿਆ ਵੀ ਕਰੀਏ ਅੰਦਰ। ਗੁਰਾ ਇੱਥੇ ਵਿਸਮਕ ਚਿੰਨ੍ਹ ਸਮਝਣ ਲਈ, ਸਾਈਨ ਆਫ ਐਕਸਕਲੇਮੇਸ਼ਨ। ਗੁਰਾ ਇੱਕ ਦੇ ਬੁਝਾਏ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। हे ਮੇਰੇ ਗੁਰਦੇਵ, ਮੇਰੇ ਤੇ ਕਿਰਪਾ ਕਰੀ। ਸਾਰਿਆਂ ਦਾ ਇੱਕ ਦਾਤਾ ਵਾਹਿਗੁਰੂ, ਤੇ ਉਹ ਮੈਨੂੰ ਭੁੱਲੇ ਨਾ। ਤੂੰ ਸਭਨਾ ਕਰਹਿ ਇੱਕ ਦਾਤ। ਸਾਰਿਆਂ ਨੂੰ ਤੂੰ ਦਾਤਾਂ ਦੇਈ ਜਾਣ। ਇਹ ਨਹੀਂ ਵੀ ਸਿੱਖ ਨੂੰ ਹਵਾ ਹੋਰ ਮਿਲਦੀ ਆ, ਆਕਸੀਜਨ, ਹਿੰਦੂ ਨੂੰ ਹੋਰ ਮਿਲਦੀ ਹੈ, ਮੁਸਲਮਾਨ ਨੂੰ ਹੋਰ ਮਿਲਦੀ ਹੈ। ਇਸ ਕਰਕੇ ਸਾਰਿਆਂ ਵਿੱਚ ਤੂੰ ਵਿਆਪਕ ਹੈ। ਸਾਰੇ ਤੇਰੇ ਤੋਂ ਬਿਨਾਂ ਕੋਈ ਵੀ ਨਹੀਂ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ। ਮੇਰੇ ਵਾਹਿਗੁਰੂ ਤੂੰ ਸ਼ਾਹੂਕਾਰ ਹੈ, ਤੇ ਸਾਰੇ ਤੇਰੇ ਵਿੱਚ ਹੀ ਹਨ। ਤੁਝ ਤੇ ਬਾਹਰ ਕੋਈ ਨਾਹੀ। ਕੋਈ ਵੀ ਤੇਰੇ ਤੋਂ ਬਾਹਰ ਨਹੀਂ, ਕੋਈ ਤੇਰੀ ਹੁਕਮ ਅਦੂਲੀ ਨਹੀਂ ਕਰ ਸਕਦਾ। ਸਭ ਜੀਅ ਤੇਰੇ ਤੂੰ ਸਭ ਸੁਦਾ ਮੇਰੇ ਸਾਹ। ਦੇ ਵਿੱਚ ਵੀ ਚੇਤਨ ਕਲਾ ਇਹ ਤੇਰੀ ਦਿੱਤੀ ਹੋਈ ਹੈ। ਸਭ ਤੁਝ ਹੀ ਮਾਹੇ ਸਮਾਹੇ। ਤੇਰੇ ਵਿੱਚੋਂ ਹੀ ਪੈਦਾ ਹੋਏ ਤੇ ਤੇਰੇ ਚ ਨਾ ਲੀਨ ਹੋ ਜਾਣਾ। ਜਬ ਉਦ ਕਰਖ ਕਰਾ ਕਰਤਾਰਾ, ਪਰਜਾ ਧਰਤਬ ਦੇ ਅਪਾਰਾ। ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਸਾਰੇ ਤੇਰੇ ਵਿੱਚੋਂ ਹੀ ਪੈਦਾ ਹੋਏ ਨੇ, ਤੇ ਤੇਰੇ ਵਿੱਚ ਅਭੇਦ ਹੋ ਜਾਣਗੇ, ਲੀਨ ਹੋ ਜਾਣਗੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਾਰਿਆਂ ਨੂੰ ਪਿਆਰ ਦੇਣ ਵਾਲਾ, ਤੇ ਸਾਰਿਆਂ ਨੂੰ ਤੇਰੇ ਤੇ ਆਸ ਹੈ। ਸ਼੍ਰੀਨਗਰ ਦੇ ਵਿੱਚ ਇੱਕ ਬੀਬੀ ਭਾਗ ਭਰੀ ਰਹਿੰਦੀ ਹੈ, ਭਾਗ ਭਰੇ। ਉਹਦੇ ਮਨ ਦੀ ਭਾਵਨਾ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਆਉਣਗੇ। ਉਸ ਬੀਬੀ ਨੇ ਬਹੁਤ ਸੋਹਣਾ ਇੱਕ ਖੱਦਰ ਦਾ ਰੇਜਾ ਤਿਆਰ ਕੀਤਾ ਤੇ ਕਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਉਣ। ਮਾਤਾ ਜੀ ਦੀ ਉਮਰ ਬੜੀ ਵਡੇਰੀ ਹੈ, ਔਰ ਉਸ ਮਾਤਾ ਨੂੰ ਗੁਰੂ ਘਰ ਦੀ ਪ੍ਰਚਾਰਕ ਥਾਪਿਆ ਸੀ। ਉਸ ਇਲਾਕੇ 'ਚ ਪ੍ਰਚਾਰ ਕਰਨ ਦੀ ਡਿਊਟੀ ਸੀ ਮਾਤਾ ਭਾਗ ਭਰੀ ਦੀ। ਬੁਢਾਪਾ ਸਾਰਿਆਂ ਤੇ ਆਉਣਾ, ਤੇ ਮੌਤ ਵੀ ਆਉਣੀ ਹੈ। ਉਸ ਮਾਤਾ ਦਾ ਬੇਟਾ ਸੀ ਭਾਈ ਸੇਵਾ ਦਾਸ। ਉਹਨੂੰ ਕਹਿੰਦੇ ਨੇ ਭਲਿਆ ਆਪਣੀ ਬੇਬੇ ਨੂੰ ਸਮਝਾ, ਕੋਈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਹਦੀ ਖਦਰ ਦਾ ਚੋਲਾ ਲੈਣ ਨਹੀਂ ਹੋਣਾ। ਉੱਥੇ ਤੋਪਾਂ ਭੇਟ ਹੁੰਦੀਆਂ, ਉੱਥੇ ਦਿਸ਼ਾਲੇ ਭੇਟ ਹੁੰਦੇ ਨੇ, ਉੱਥੇ ਕੀਮਤੀ ਘੋੜੇ ਭੇਟ ਹੁੰਦੇ ਨੇ। ਤੇ ਭਲਾ ਇੰਨੀ ਦੂਰੋਂ ਚੱਲ ਕੇ ਤੇਰੀ ਬੇਬੇ ਦਾ ਚੋਲਾ ਲੈਣ ਆ ਜਾਏਗਾ। ਅੰਗਰੇਜ਼ੀ ਵਿੱਚ ਬੜੀ ਇੱਕ ਪਿਆਰੀ ਕਹਾਵਤ ਹੈ, ਹੋਪ ਸਸਟੇਨਡ ਲਾਈਫ, ਜਿਹੜੀ ਜ਼ਿੰਦਗੀ ਇਹ ਆਸ ਨਾਲ ਚੱਲਦੀ। ਪੰਜਾਬੀ ਦੀ ਕਹਾਵਤ ਹੈ, ਜੀਵੇ ਆਸਾ ਮਰੇ ਨਿਰਾਸਾ, ਜਿਹਨੂੰ ਕਹਿੰਦੇ ਆਪਸੀਮਿਸਟਿਕ ਵਿਚਾਰਧਾਰਾ, ਆਸ਼ਾਵਾਦੀ ਸੋਚ। ਤੁਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ ਤੇ ਕੋਈ ਸ਼ਬਦ ਵੀ ਤੁਹਾਡੇ ਮਨ ਨੂੰ ਤੋੜੇਗਾ ਨਹੀਂ, ਹੌਸਲਾ ਦੇਗਾ। ਕੋਈ ਹੁਕਮਨਾਮਾ ਕਰ ਲਓ, ਕੋਈ ਸ਼ਬਦ ਕਰ ਲਓ। ਉਹ ਜੇ ਧੰਨ ਗੁਰੂ ਪਾਤਸ਼ਾਹ ਨੇ ਸਾਨੂੰ ਧਰਵਾਸਾ ਦਿੱਤਾ ਵੀ ਗੁਰਮੁਖਾ ਦਿਲ ਨਾ ਛੱਡ, ਵਾਹਿਗੁਰੂ ਭਲੀ ਕਰੇਗਾ। ਉਸ ਮਾਤਾ ਦੀ ਅਰਦਾਸ ਪਹੁੰਚੀ
ਤੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸ਼੍ਰੀਨਗਰ ਪਹੁੰਚੇ। ਮਾਤਾ ਦੀ ਉਮਰ ਵਡੇਰੀ, ਦਰਵਾਜ਼ਾ ਬੜਾ ਖੁੱਲ੍ਹਾ ਰੱਖਿਆ ਸੀ ਤੇ ਆਪਣੇ ਪੁੱਤ ਨੂੰ ਨਾਲ ਲੈ ਕਰਕੇ ਦਰਵਾਜ਼ੇ ਅੱਗੇ ਆਈ, ਡੰਗੋਰੀ ਫੜੀ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਕਾਹ ਫੜ ਕੇ ਕਹਿਣ ਲੱਗਾ ਜੀ ਕਹਿਣ ਲੱਗੀ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ। ਰਾਤੋਂ ਰਾਤ ਉਸ ਮਾਤਾ ਨੇ ਚੋੜਾ ਤਲਵਾਰ ਤਿਆਰ ਕਰਵਾਇਆ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਪਹਿਨਿਆ ਤੇ ਕਹਿਣ ਲੱਗੇ ਮਾਤਾ ਦੱਸ ਇੰਨਾ ਪਿਆਰ ਕਰਦੀ ਸੀ ਕੀ ਗੱਲ ਹੈ? ਕਹਿਣ ਲੱਗੀ ਜੀ ਮੇਰੀ ਇੱਕੋ ਅਰਦਾਸ ਸੀ ਵੀ ਤੁਸੀਂ ਮੇਰੇ ਕੋਲ ਬੈਠੇ ਹੋ ਤੇ ਮੈਂ ਪ੍ਰਾਣ ਤਿਆਗਾਂ। ਮੇਰੀ ਇੱਕੋ ਖਾਸ ਸੀ ਵੀ ਤੁਸੀਂ ਮੇਰੇ ਸਾਹਮਣੇ ਹੋ ਤੇ ਮੈਂ ਪ੍ਰਾਣ ਤਿਆਗਾਂ। ਮੇਰੇ ਪਾਤਸ਼ਾਹ ਦੇ ਸਾਹਮਣੇ ਬੈਠੇ ਉਸ ਮਾਤਾ ਨੇ ਪ੍ਰਾਣ ਤਿਆਗੇ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਸ ਮਾਤਾ ਦੀ ਅਰਥੀ ਨੂੰ ਮੋਢਾ ਦਿੱਤਾ। ਕਿੰਨੀ ਕਮਾਈ ਹੋਵੇਗੀ ਉਸ ਮਾਤਾ ਦੀ। ਕਹਿਣ ਤੋਂ ਭਾਵ ਇਹ ਹੈ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਹੈ ਵਾਹਿਗੁਰੂ ਹੈ ਮੇਰੇ ਗੁਰਦੇਵ, ਸਾਰਿਆਂ ਨੂੰ ਤੇਰੇ ਤੇ ਆਸ ਹੈ। ਸਭ ਤੁਝ ਹੈ ਧਿਆਵਹਿ ਮੇਰੇ ਸਾਹ, ਇਸ ਕਰਕੇ ਤੂੰ ਸ਼ਾਹੂਕਾਰ ਹੈ ਮੇਰੇ ਸ਼ਾਹੂਕਾਰ ਮਹਾਰਾਜ, ਸਾਰਿਆਂ ਦਾ ਧਿਆਨ ਤੇਰੇ ਵੱਲ ਕੇਂਦਰਿਤ ਹੈ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ। ਇੱਕ ਮੇਰੀ ਹੋਰ ਬੇਨਤੀ ਹੈ ਵੀ ਮੇਰੇ ਤੇ ਇਹ ਕਿਰਪਾ ਕਰੀ ਵੀ ਮੈਂ ਮਨ ਮਰਜ਼ੀ ਨਾ ਕਰਾਂ। ਮੈਂ ਮਨ ਮਰਜ਼ੀ ਬੜੀ ਕਰਦਾ, ਜੋ ਮੈਨੂੰ ਚੰਗਾ ਲੱਗਦਾ ਕਰੀ ਜਾਂਦਾ ਤੇ ਮੈਂ ਕਰਦਾ ਗਲਤ ਆ। ਇਹ ਮੈਂ ਤੈਨੂੰ ਇੱਕ ਬੇਨਤੀ ਕਰਾਂਗਾ ਵੀ ਜਿਵੇਂ ਤੈਨੂੰ ਚੰਗਾ ਲੱਗਦਾ ਮੈਨੂੰ ਉਸੇ ਤਰ੍ਹਾਂ ਰੱਖੀ। ਮੇਰੇ ਮਨ ਦੀ ਨਾ ਹੋਵੇ, ਤੇਰੇ ਮਨ ਦੀ ਹੋਵੇ। ਜਿਉਂ ਭਾਵੇਂ ਤੇ ਰੱਖ ਤੂੰ ਮੇਰੇ ਪਿਆਰੇ। ਇਹ ਮੇਰੇ ਪਿਆਰੇ ਵਾਹਿਗੁਰੂ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸੇ ਪ੍ਰਕਾਰ ਰੱਖਣਾ ਕਰ। ਸੱਚ ਨਾਨਕ ਕੇ ਪਾਤ ਸਾਹ, ਦਿਹਾੜਾ ਤੇਰੇ ਅੱਗੇ ਤਾਂ ਕੱਢਿਆ ਤੂੰ ਸਾਰਿਆਂ ਨੂੰ ਪੱਤ ਦੇਣਾ ਤੇ ਸ਼ਾਹੂਕਾਰ ਹੈ। ਗੁਰਮੁਖੋ ਅੱਜ ਕੱਲ੍ਹ ਜਿਹੜੇ ਇਹ ਹਫਤਾ ਚੱਲ ਰਿਹਾ ਨਾ, ਇਹਨੂੰ ਆਪਾਂ ਕਹਿੰਦੇ ਘੱਲੂਘਾਰੇ ਦਾ ਹਫਤਾ। ਗੁਰਮੁਖੋ 3 ਘੱਲੂਘਾਰੇ ਆਪਣੇ ਨਾਲ ਵਾਪਰੇ ਨੇ। ਦਰਬਾਰ ਸਾਹਿਬ ਦੇ ਅਟੈਕ ਤੋਂ ਪਹਿਲਾਂ ਇੱਕ ਹਮਲਾ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਕੋਪਰੀੜੇ ਦੇ ਥਾਨ ਤੇ। ਉੱਥੇ ਲਿਖਿਆ ਵੀ ਸਾਡੀ ਕੌਮ ਦੇ ਕਿਤੇ 50,000 ਲਿਖਿਆ ਤੇ ਕਿਤੇ 30,000 ਸਾਡੇ ਬਜ਼ੁਰਗ ਬੱਚੇ ਤੇ ਮਾਤਾਵਾਂ ਸ਼ਹੀਦ ਹੋ ਗਏ ਬਾੜ ਦੇ ਵਿੱਚ। ਦੂਸਰਾ ਘੱਲੂਘਾਰਾ ਹੋਇਆ ਜ਼ਿਲ੍ਹੇ ਗੁਰਦਾਸਪੁਰ ਵਿੱਚ, ਜਿੱਥੇ ਅਸੀਂ ਛੋਟਾ ਘੱਲੂਘਾਰਾ ਕਹਿੰਦੇ ਆ। ਉਹ ਜਸਪਤ ਦੇ ਭਰਾ ਲਖਪਤ ਨੇ ਹਮਲਾ ਕੀਤਾ ਔਰ ਘੱਟ ਤੋਂ ਘੱਟ 10,000 ਸਾਡੇ ਮਾਈ ਭਾਈ ਬਜ਼ੁਰਗ ਸ਼ਹੀਦ ਹੋ ਗਏ। ਇਹ ਤੀਸਰਾ ਜਿਹੜਾ ਭਿਆਨਕ ਘੱਲੂਘਾਰਾ ਹੈ ਨਾ, ਇਹਦਾ ਦੁੱਖ ਸਾਨੂੰ ਜ਼ਿਆਦਾ ਤਾਂ ਹੈ ਉਹ ਗੈਰਾਂ ਨੇ ਹਮਲਾ ਕੀਤਾ ਸੀ ਤੇ ਸਾਡੇ ਆਪਣਿਆਂ ਨੇ ਕੀਤਾ। ਜਿਹੜੇ ਸਾਡੇ ਖੋਂਦੇ ਸਨ, ਵੱਖਰੀ ਗੱਲ ਵੀ ਉਹ ਸਾਨੂੰ ਆਪਣੇ ਨਹੀਂ ਸਮਝਦੇ, ਇਹ ਤਾਂ ਉਹਨਾਂ ਦੀ ਸੋਚ ਹੈ ਨਾ। ਅਸੀਂ ਉਹਨਾਂ ਨੂੰ ਆਪਣੇ ਸਮਝਦੇ ਸਾਂ ਤੇ ਉਹਨਾਂ ਸਾਡੇ ਨਾਲ ਅਕਿਰਤ ਘਣਤਾ ਕੀਤੀ, ਮਿੱਤਰ ਮਾਰ ਕੀਤੀ। ਇਹਦਾ ਦਰਦ ਸਾਨੂੰ ਇਸ ਕਰਕੇ ਜ਼ਿਆਦਾ ਹੈ। ਹਮਲਾ ਹੋਇਆ ਕਿਉਂ, ਕੀ ਕਾਰਨ ਹੈ? ਹਰ ਗੱਲ ਦੇ 3 ਪੱਖ ਹੁੰਦੇ ਨੇ। ਇੱਕ ਕਾਰਨ, ਦੂਜਾ ਘਟਨਾ ਤੇ ਤੀਜਾ ਸਿੱਟਾ। ਭਾਈ ਸਾਹਿਬ ਕਾਰਨ ਕੀ ਹੈ ਵੀ ਦਰਬਾਰ ਸਾਹਿਬ ਤੇ ਹਮਲੇ ਹੁੰਦੇ ਕਿਉਂ ਨੇ? ਜਿਹੜਾ ਇੰਦਰਾ ਨੇ ਹਮਲਾ ਕੀਤਾ ਨਾ, ਇਹ 5ਵਾਂ ਹਮਲਾ, 5 ਵਾਰ ਹਮਲਾ ਹੋਇਆ। ਅਕਾਲ ਤਖਤ ਤੇ ਦਰਬਾਰ ਸਾਹਿਬ ਤੇ ਹਮਲੇ ਹੋਣ ਦਾ ਕਾਰਨ ਇਹ ਹੈ, ਤੁਸੀਂ ਇਤਿਹਾਸ ਨੂੰ ਕਿਤੇ ਵਾਚੋ ਦੁਨੀਆ ਦਾ, ਚੋਰ ਤੇ ਦੀਵਾ ਇਕੱਠੇ ਨਹੀਂ ਰਹਿ ਸਕਦੇ। ਜਿਹੜਾ ਚੋਰ ਹੈ ਨਾ ਉਹ ਹਨੇਰਾ ਭਾਲਦਾ ਹੈ, ਦੀਵਾ ਜਗੇਗਾ ਤੇ ਚੋਰ ਕਾਬੂ ਆ ਜਾਏ। ਇਸ ਕਰਕੇ ਉਹਦਾ ਇਰਾਦਾ ਹੁੰਦਾ ਵੀ ਕਿਸੇ ਢੰਗ ਨਾਲ ਪੱਲੇ ਦੇ ਨਾਲ ਫੂਕ ਮਾਰ ਕੇ ਦੀਵਾ ਬੁਝਾਇਆ ਜਾਏ। ਇਹ ਇਕੱਲੇ ਇੱਥੋਂ ਦੀ ਗੱਲ ਨਹੀਂ, ਆਪਾਂ ਸੂਈ ਨੇ ਤੇਜ਼ ਹੋ ਜਾਣਾ।
ਬਾਬਾ ਕਬੀਰ ਦੇ ਕੋਲ ਕਿਹੜੀਆਂ ਤੋਪਾਂ ਤੇ ਕਿਹੜੇ ਟੈਂਕ ਸਨ। ਬਾਬੇ ਕਬੀਰ ਨੂੰ ਗੋਤੇ ਦਿੱਤੇ ਗਏ ਗੰਗਾ ਦੇ ਵਿੱਚ। ਬਾਬੇ ਨਾਮਦੇਵ ਨੂੰ ਮਾਰਨ ਦਾ ਯਤਨ ਕੀਤਾ, ਕਹਿਣ ਲੱਗੇ ਗਾਂ ਮਰੀ ਨੂੰ ਜਵਾ, ਵਰਨਾ ਤੈਨੂੰ ਖਤਮ ਕੀਤਾ ਜਾਏਗਾ। ਜਿਹੜਾ ਜੂਨ ਦਾ ਮਹੀਨਾ ਨਾ, ਪੱਖ ਕਈ ਨੇ ਤੇ ਮੈਂ ਬੇਨਤੀ ਕਰ ਰਿਹਾ ਵੀ ਮੈਥੋਂ ਸਾਰੀ ਗੱਲ ਕਹੀ ਨਹੀਂ ਜਾਣੀ। ਇਹ ਜੂਨ ਦਾ ਮਹੀਨਾ ਐਡਾ ਚੰਦਰਾ ਸਾਡੇ ਲਈ। ਇਹ ਜੂਨ ਦੇ ਮਹੀਨੇ ਵਿੱਚ ਦੀਨ ਦੁਨੀਆ ਦੇ ਮਾਲ ਗੁਰੂ ਪੰਚਮ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਇਸ ਜੂਨ ਦੇ ਮਹੀਨੇ 'ਚ 9 ਜੂਨ 1716 ਨੂੰ ਸਾਡੀ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੀਆਂ ਬੋਟੀਆਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਉਣ ਦਾ ਯਤਨ ਕੀਤਾ ਗਿਆ ਔਰ ਜਮੂਰਾਂ ਨਾਲ ਮਾਸ ਨੋਚ ਕੇ 9 ਜੂਨ ਨੂੰ ਸਾਡੀ ਕੌਮ ਦੇ ਉਸ ਮਹਾਨ ਬਹਾਦਰ ਜਰਨੈਲ ਨੂੰ ਸ਼ਹੀਦ ਕੀਤਾ ਗਿਆ। ਇਹ ਜੂਨ ਸਾਡੇ ਲਈ ਹੈ ਹੀ ਚੰਦਰੀ, ਜਿਹਨੂੰ ਆਮ ਪੇਂਡੂ ਬੋਲੀ 'ਚ ਕਹਿੰਦੇ ਨੇ ਕਲੈਣੀ। ਇਹ ਆਪਣੀ ਆਮ ਫਲਾਣਾ ਬੜਾ ਕਲੈਣਾ ਹੈ। ਇਹ ਜੂਨ ਹੈ ਹੀ ਕਲੈਣੀ। ਜਦੋਂ ਸੱਚ ਦਾ ਜੀਵਾ ਜਗਦਾ ਨਾ ਤੇ ਚੋਰ ਨੂੰ ਫਿੱਟ ਨਹੀਂ ਹੁੰਦਾ, ਉਹ ਬੁਝਾਉਣ ਦਾ ਯਤਨ ਕਰਦਾ ਹੈ। ਜਦੋਂ ਆਪਾਂ ਇਸ 84 ਦੇ ਅਟੈਕ ਦੀ ਗੱਲ ਕਰਦੇ ਆ ਨਾ, ਤੇ ਗੁਰਮੁਖੋ ਇਹ ਅਟੈਕ ਇੱਕਦਮ ਨਹੀਂ ਹੋਇਆ। ਇਹ ਗੱਲ ਯਾਦ ਰੱਖਣੀ, ਅੰਗਰੇਜ਼ੀ ਦੀ ਕਹਾਵਤ ਵੀਕਰ ਨੇਸ਼ਨਸ ਮਸਟ ਗੋ ਟੂ ਹੈਲ। ਜਿਹੜੀਆਂ ਕਮਜ਼ੋਰ ਕੌਮਾਂ ਨੇ ਉਹ ਨਰਕਾਂ ਨੂੰ ਜਾਂਦੀਆਂ ਨੇ। ਕਦੇ ਮੜੀਆਂ 'ਚ ਲੜਾਈ ਵੇਖੀ ਜੇ? ਮੈਨੂੰ ਕਈ ਬੰਦੇ ਜਾਣ ਕੇ ਟਾਂਜ ਕਰਨ ਗਿਆਨੀ ਸੀ, ਤੁਹਾਡਾ ਭਾਈਚਾਰਾ ਲੜਦਾ ਬੜਾ। ਮੈਂ ਕਿਹਾ ਜਿਉਂਦੇ ਜੂ ਹੋਏ ਤੁਹਾਡੇ, ਤੁਸੀਂ ਆਸ ਵਿੱਚ ਲੜ ਪੈਂਦੇ ਸਿੰਘ। ਮੈਂ ਕਿਹਾ ਵੀ ਅਸੀਂ ਲੜਦੇ ਤਾਂ ਜਿਉਂਦੇ ਹਾਂ। ਕਦੇ ਮੜੀਆਂ 'ਚ ਲੜਾਈ ਵੇਖੀ? ਕਦੇ ਕਬਰਾਂ 'ਚ ਲੜਦਿਆਂ ਵੇਖਿਆ ਕਿਸੇ ਨੂੰ? ਜਿੱਥੇ ਜਿਉਂਦਾ ਉਹ ਹਿੱਲੇਗਾ ਵੀ। ਇਹ ਗੱਲ ਸੁਭਾਵਿਕ ਹੈ। ਗੁਰਮੁਖੋ ਜਦੋਂ ਐਮਰਜੈਂਸੀ ਲਾਈ ਨਾ ਇੰਦਰਾ ਨੇ, ਕਈ ਉਹਨੂੰ ਦੁਰਗਾ ਵੀ ਕਹਿਣ ਲੱਗ ਪਏ। ਹਰ ਥਾਂ ਤੇ ਬਿਲਕੁਲ ਪਿਨ ਰੌਬ ਸਾਇਲੈਂਸ, ਕੋਈ ਚੂੰ ਨਹੀਂ ਕਰਦਾ। ਇਹ ਸੱਚ ਦੀ ਜਗ੍ਹਾ ਤੋਂ ਐਮਰਜੈਂਸੀ ਦੇ ਉਲਟ ਮੋਰਚਾ ਲੱਗਾ। ਮੋਰਚਾ ਜਿਹੜੀ ਐਮਰਜੈਂਸੀ ਦੇ ਉਲਟ ਮੋਰਚਾ ਲੱਗਾ, ਉਹਨਾਂ ਨੇ ਸਾਨੂੰ ਛੇੜਿਆ ਵੀ ਨਹੀਂ ਵੀ ਇਹਨਾਂ ਨੇ ਸਿਰ ਨੀਵਾਂ ਨਹੀਂ ਕਰਨਾ। ਬਾਕੀ ਦੇ ਲੀਡਰਾਂ ਨੂੰ ਪਰੇਸ਼ਾਨ ਕੀਤਾ ਤੇ ਸਾਡੇ ਲੀਡਰਾਂ ਨੂੰ ਤਾਂ ਛੱਡਿਆ ਵੀ ਬਣਾ ਕੇ ਰੱਖੀਏ। ਪਰ ਸਾਡੇ ਬਜ਼ੁਰਗਾਂ ਨੇ ਸੋਚਿਆ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤਾਂ ਕੁਛ ਖਾਏ। ਜੇ ਪਤ ਹੀ ਲੈ ਗਈ ਤੇ ਜਿਉਣ ਦਾ ਕੀ ਫਾਇਦਾ। ਯਾਦ ਰੱਖਿਆ ਜੇ, ਜਿਹੜੇ ਹੰਸ ਹੁੰਦੇ ਨੇ ਨਾ, ਉਹਨਾਂ ਦੀ ਉਮਰ ਥੋੜ੍ਹੀ ਹੁੰਦੀ ਤੇ ਕਾਵਾਂ ਦੀ ਜ਼ਿਆਦਾ ਹੁੰਦੀ। ਪਰ ਹੰਸ ਮੋਤੀ ਖਾਂਦੇ ਨੇ, ਕਾਂ ਗੰਦ ਫਰੋੜਦੇ ਹਨ। ਜਿਹੜੇ ਹੰਸ ਨੇ ਨਾ, ਇਹਨਾਂ ਦੀ ਉਮਰ ਥੋੜ੍ਹੀ, ਕਾਵਾਂ ਦੀ ਜ਼ਿਆਦੇ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਬੱਪੜਾ ਡੱਡਾਂ ਭਾਲਣ ਜਾਈ। ਉਹਦੀ ਖੁਰਾਕ ਡੱਡੀਆਂ ਤੇ ਮੱਛੀਆਂ, ਹੰਸਾਂ ਦੀ ਖੁਰਾਕ ਮੋਤੀ ਤੇ ਹੀਰੇ। ਜਦੋਂ ਇਹ ਐਮਰਜੈਂਸੀ ਦਾ ਮੋਰਚਾ ਲੱਗਾ ਨਾ, ਉਸ ਦਿਨ ਤੋਂ ਉਹ ਚੰਦਰੀ ਨੂੰ ਇਹ ਸਾਡੀ ਕੌਮ ਰੜਕਣ ਲੱਗ ਪਈ। ਉਹ ਉਪਰਾਲਾ ਕਰਦੀ ਵੀ ਕਿਸੇ ਢੰਗ ਦੇ ਨਾਲ ਇਹਨੂੰ ਇੰਨਾ ਮਾਰਿਆ ਜਾਏ ਵੀ ਮੁੜ ਕੇ ਇਹ ਕੁਸਕਣ ਨਾ, ਹਿੱਲਣ ਨਾ। ਬੜੀਆਂ ਸਕੀਮਾਂ ਉਹਨੇ ਬਣਾਈਆਂ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਇੱਥੇ ਅੰਮ੍ਰਿਤਸਰ ਸਾਹਿਬ ਰੈਸਟ ਹਾਊਸ ਦੇ ਵਿੱਚ ਪੰਜਾਬ ਦਾ ਗਵਰਨਰ ਆਇਆ ਸੀ। ਉਹਦੇ ਕੋਲ ਆਪਣੀ ਗੱਲ ਕਹਿਣ ਗਏ ਤੇ ਭਾਈ ਅਮਰੀਕ ਸਿੰਘ ਨੂੰ ਉੱਥੇ ਅਰੈਸਟ ਕੀਤਾ ਗਿਆ। ਕਿਹੋ ਜਿਹਾ ਆਜ਼ਾਦ ਦੇਸ਼ ਹੈ, ਸਿੱਖ ਨੂੰ ਗੱਲ ਕਰਨ ਦੀ ਆਗਿਆ ਨਹੀਂ। ਭਾਈ ਅਮਰੀਕ ਸਿੰਘ ਨੇ ਕੋਈ ਬੰਬ ਨਹੀਂ ਚਲਾਇਆ, ਕੋਈ ਗੋਲੀ ਨਹੀਂ ਚਲਾਈ।
केवल ते केवल गवर्नर नूं अपना पक्ष दसिया ते कहिंदे इहनूं फड़ लो, अरेस्ट कर लो। जदों इस गल की खबर संत बाबा जरनैल सिंह नूं मिली, उन्होंने एकदम मेहते तो आन करके इथों मोर्चा आरंभ कर दिता। 25 सिंह इथों विचार की भी 25 जां 50 जथे तोरे जान, और एकदम तुरंत साडी कौम दीयां बीबियां वीरां ने साथ दिता ते मोर्चा आरंभ हो गया। इत्थे बस नहीं, होर भी मोर्चे लगे। जगदेव सिंह तलवंडी ने दिल्ली लाया, कपूरी मोर्चा लगा। एक चंगा पक्ष से कि आखिरकार रह करके इत्थे सारिਆਂ ने एक थां ते ये मोर्चा जिहड़ा सी वो ला लिया। मंजी साहब तो गुरु के लाल, साडियां भैणां, साडे बजुर्ग, बच्चे बिना किसी गल की परवाह करदियां गिरफ्तारियां देण लग पए। एक गल मैं किते पैणी भुल ना जावां, आम लोकां दे कोलों सुणीदा है जिन्हां नूं गुरमत दी सोझी नहीं। ਗਿਆਨੀ ਜੀ ਸੰਤ ਗਿਆਨੀ ਜਰਨੈਲ ਸਿੰਘ ਨੂੰ ਇੱਥੇ ਦਰਬਾਰ ਸਾਹਿਬ नहीं सी आउणा ਚਾਹੀਦਾ। ਤੇ मैं उन्हां अकल देनिਆਂ ਨੂੰ पुछदा ਹਾਂ कि गुरु का से गुरु के दरबार नूं छड्ड के कबरां ते जाएगा? सिख दी जगह गुरुद्वारा है। आखे जी उन्हां नूं अकाल तख्त ते नहीं सी आउणा चाहीदा, तां हमला होया। मैं उन्हां भरावां नूं बेनती करां, गुरमुखो, जदों अकाल तख्त ते हमला होया साडे 37 गुरुद्वारिਆਂ ते भी इन्हां हमला कीता सी। संत बाबा जरनैल सिंह दा अकाल तख्त ने तरन ताਰਨ कौन सी? दुख निवारण कौन सी? मुगतसर साहब कौन सी? सिंह साहब मेरे छोटे भराता भाई राम सिंह जेड़े सिंह साहब दरबार साहब दे रहे, उन्होंने मुगतसर साहब तो सरकार ने अरेस्ट किया। मुगतसर साहब तो ये कहिंदे भी इत्थे अतवादी रहिंदे सन। बाबा जरनैल सिंह दे इत्थे आउण दा कारण टकसाल हमेशा ही इस अकाल तख्त नूं समर्पित है। इस दमदमी टकसाल के पहले जथेदार जिन्हां ने धन गुरु ग्रंथ सच्चे पातशाह के 4 सूब गुरमुखी दे विच एक अरबी च लिखिया, जदों दरबार साहब ते हमला होया ना, वो साडा बजुर्ग बाबा जी दी उम्र 75 साल है। 75 साल बाबा दीप सिंह की उम्र 75 साल जे। 1682 विच उन्हां दा जन्म होया पहूबन नगर विच, ते 1757 दे पता लगा भी दरबार साहब की बेदबी करने वास्ते दुष्ट आए ने, ते साडा बजुर्ग बाबा दमदमा साहब तो इत्थे तुर के आया। चाबे आण के उन्हें आख्या भी गुरमुखो ये खेड नहीं, क्योंकि गुरु नानक दे घर विच एक गेम है। आपां गेमां दी गल करदे, कई गुरमुख प्यारे अजकल तां क्रिकेट दा बड़ा लोकां नूं चस्का है, जदों भी किते मैच होवे ते एन कमले हो जांदे ने। क्रिकेट दी गेम, कबड्डी दी गेम, फुटबाल दी खेड, लेकिन गुरु नानक दे घर विच किहो जी खेड है? ये कहिंदा जे मेरी ग्राउंड विच आउणा ते सिर तली ते धर के आ। गुरु नानक दे घर भी एक गेम जे, केड़ी? जाओ तो प्रेम खेलन का चाओ, सिर तर तली गली मेरी आओ, इत मार्ग पैर तरीजै, सिर दीजे काड़ ना कीजे। तली ते सिर रख के आ, ते एक तेन मैं नाल होर कह दिया, मुड़ के सान ना करी भी मैं तेरे तो सिर वारिया। ये पहले अपने मन में गल बन ला। ਚੱਬੇ आन के बाबे दीप सिंह ने लकीर खिंची पे गुरमुखो जिन्हों जान प्यारी आपो अपने घरां चले जान, पर एक भी भगौड़ा नहीं जी होया, एक भी। बाबा बंदा सिंह बहादुर का किते इतिहास पढ़ो, मैं जिवें हुण जिक्र किया है, बाबा बंदा सिंह बहादुर दे नाल 740 सिंह फड़े गए और उन्हां चों एक ने भी मुआफ़ी नहीं मंगी। मजीठे नगर का एक गभरू उहदा विआह होया,
डोली लैके घर आया तो दुष्टां टौटां की मेहरबानी करके वो फड़िया गया। है सी अमरधारी सिंह। हुण जिहड़ी माँ अपने पुत नूं विआह के लियाई होवे ते पुत अंदर वड़न लगे तो उन्होंने फड़ लैण ते माँ ही जानदी है ना। उस माँ ने चारा किया भी मैं पुत नूं छुड़ावां जाके सरकारे दरबारे जो विचारी कर सकती उन्हें किया भी मेरा वो कहने लगे तू माता इन्नी गल है तेन बेनती है भी एक बार कह दे भी मैं सिख नहीं तो उन्होंने छड़ देंगे। कुदरती तौर पर जिस दिन माता गई ना उस दिन उन्होंने शहीद करना सी। 100 रोज शहीद करते सन ते माता भी पहुँच गई। वो गभरू पुत भी खलोता तो कहने लगे काका ये तेरी बेबे कहती है भी तू सिख नहीं तो किवें। कहने लगा मेरी माँ ही नहीं। ये लिखा जी इतिहास में। वो कहने लगा भुलेखे नाल कहती इहदा पुत मेरे वर्गा को होर होवेगा पर मैं इस माँ का पुत नहीं। मैं गुरु का सिख है तो गुरमुखों नूं शहीद किया गया। वो गुरमुख प्यारा मजीठे नगर का गभरू सी। ये गल सुभाविक आ गई। बाबा दीप सिंह जी आए जंग होया ते बाबा जी इत्थे हरमंदर साहब आए। हुण वो चिन्ह नहीं रहा जिथे आप बाबे के स्थान के कोलों लंघदे हां। इस स्थान से उस बाबे ने सिर रख के आख्या सी गुरु रामदास पातशाह आपां तां 50 का नोट विखा विखा मत्था टेकदे हां ना किते मत्था टेकण की इजाज़ बाबा दीप सिंह कोलों सिखो। सिर रख के भी कहंदा गुरु रामदास पातशाह मेरा मुझ में किछ नहीं जो कुछ है सो तेरा तेरा तुझको सौंपते क्या लागे मेरा। तां असीं कहने श्रोमणी शहीद बाबा दीप सिंह नूं। बाबा दीप सिंह तो बाद दूजा जथेदार होया दमदमी टकसाल का बाबा गुरबख्श सिंह। लील पिंड उन्हां दा है। खेमकन बार्डर है ना ਉਹਦੇ ਤੋਂ केवल 4-5 मील परले पासे पाकिस्तान में आ गया। ਉੱਥੇ बाबा गुरबख्श सिंह का जन्म होया। ਜਦੋਂ अहमद शाह अब्दाली ने हमला किया ਜਿਹੜੇ ਕਹਿੰਦੇ ਨੇ ਸੰਤ ਜਰਨੈਲ ਸਿੰਘ क्यों आया वो कृपा करके मेरी बेनती ਨੂੰ सुन। वो दमदमी टकसाल का दूजा जथेदार इतिहास में लिखा उन्हें सेहरे बन के शहीदी देती भी मैं मौत राणी नूं परनाउणा ते ओदी गवाही है बाबा गुरबख्श सिंह का अस्थान अकाल तख्त साहब के नाल। ते नाले ये भी कहते हैं भी संत जरनैल सिंह की यादगार क्यों बनी। जे दमदमी टकसाल के पहले जथेदार की यादगार बनी है जे दूजे की बनी है तो गुरमुखो जे 14वें की बन गई तो गुनाह की क्योंकि ये यादगार पैसों नाल नहीं बनिया सिर दे के बनिया ने सिर दे के। इस पासे मैं ना जावां। गुरमुखो सरकार ने चौं पासी चौकसी कर ली इस कौम नूं सबक सिखाउणा ही सिखाउणा। और संत बाबा जरनैल सिंह जिहड़े अकाल तख्त इत्थे गुरु नानक निवास विच रहिंदे सन वो अकाल तख्त साहब पहुँच गए। ਵੱਖ-ਵੱਖ कमरियां दे विच गुरु के लाल बाणी पढ़न वाले नितनेमी जदों आपां परिक्रमा करदे ने बाही वाला इस पासे गुठ वाला कमरा जिथे कपड़े जमा कराउने ना इस कमरे विच मैं भी रहिंदा सां। मेरे नाल मनवीर सिंह झेड़ू भाई लखा सिंह जी नागोकियां वाले इत्यादि गुरु के लाल उस कमरे च रहिंदे सन। संत बाबा जरनैल सिंह ने लंगर के उपर सिख संगतां नूं उस समय के हालातां तो जाणू कराउणा। जदों मोर्चा लगा तो मैं इस स्थान तो गिरफ्तारी दी तो 3.5 महीने लुधियाना जेल विच मैं कट्टे। रिहा होके आया तो संत बाबा जरनैल सिंह कहने लगे भी ज्ञानी दलीप सिंह जी बजुर्ग ने तो तू इत्थे रहो। जदों किते ढिले मੱਠੇ होंदे तू कथा करिया कर। शायद उन्होंने ज्ञान सी भी इस थां ते इस गुरमुख नूं असीं ड्यूटी देनी बहाना बनिया इत्थे मैनूं फिट करन दा। बाबा ठाकर सिंह जी आए लंगर के उपर संत बाबा जरनैल सिंह नूं कहण लगे भी ये भाई जसवंत सिंह सानूं दे दिओ। कहण लगे लै जाओ। मेरी ड्यूटी बाबा ठाकर सिंह ने अमृत संचार विच लाई अमृत छकाउण दे। और 3 तरीक नूं
ਸਾਡੀ ਡਿਊਟੀ ਲੱਗੀ ਸੰਗਰੂਰ ਜ਼ਿਲ੍ਹੇ ਵਿੱਚ ਅੰਮ੍ਰਿਤ ਛਕਾਉਣ ਦੀ ਜਾਣ ਲਈ। ਅਸੀਂ 5 ਪਿਆਰੇ ਸਾਹਿਬਾਨ ਤੇ ਨਾਲ ਸਾਡੇ ਇੱਕ ਸੇਵਾਦਾਰ ਜਿਹੜਾ ਕਿਸੇ ਹੋਰ ਇਲਾਕੇ ਦਾ ਹਿੰਦੀ ਬੋਲਦਾ ਸੀ, ਜਿਹਨੂੰ ਅਸੀਂ ਭਈਆ ਕਹਿ ਦਿੰਦੇ ਹਾਂ, ਉਹਨੇ ਅੰਮ੍ਰਿਤ ਛਕਿਆ ਸੀ ਤੇ ਉਹ ਸੇਵਾਦਾਰ ਦੀ ਡਿਊਟੀ ਦਿੰਦਾ ਸੀ। ਮੈਨੂੰ ਕਹਿੰਦਾ ਵੀ ਗਿਆਨੀ ਜੀ ਆਪਾਂ ਨੂੰ ਕੁਲ ਕਿਰਪਾਨਾਂ ਤੇ ਕਸ਼ਹਿਰੇ ਘੱਟ ਨੇ ਤੇ ਆਪ ਅੰਮ੍ਰਿਤਸਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੋਂ ਭਾਈ ਗੁਰਮੁਖ ਸਿੰਘ ਕੋਲੋਂ ਲੈ ਲਈਏ, ਕਿਉਂਕਿ ਭਾਈ ਗੁਰਮੁਖ ਸਿੰਘ ਸੰਤਾਂ ਦੀ ਗੜਵਈ ਸਨ ਤੇ ਅਸੀਂ ਜਿਹੜੇ ਕਕਾਰ ਸਨ ਉਹਨਾਂ ਤੋਂ ਲੈਂਦੇ ਸਾਂ। ਗੁਰੂ ਰਾਮਦਾਸ ਸਰਾਂ ਦੇ ਅੱਗੇ ਆਣ ਕੇ ਅਸੀਂ ਆਪਣੀ ਗੱਡੀ, ਨਿਸ਼ਾਨ ਗੱਡੀ ਸੀ ਉਹ ਲਾ ਦਿੱਤੀ ਤੇ ਮੈਂ 5 ਪਿਆਰੇ ਸਬਾਨਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ 2 ਘੰਟੇ ਆਪਾਂ ਰੁਕਣਾ, ਤੁਸੀਂ ਇਸ਼ਨਾਨ ਪਾਨ ਕਰ ਲਓ, ਅਸੀਂ ਕਕਾਰ ਲੈ ਆਈਏ। ਹਰਿਮੰਦਰ ਸਾਹਿਬ ਮੱਥਾ ਟੇਕ ਕੇ ਜਦੋਂ ਅਸੀਂ ਲਾਚੀ ਬੇਰੀ ਦੇ ਕੋਲੋਂ ਗੁਰਮੁਖੋ ਅਕਾਲ ਤਖਤ ਸਾਹਿਬ ਨੂੰ ਹੋਏ ਨਾ, ਤੇ ਯਕੀਨ ਕਰਿਆ ਜੇ ਮੇਰੇ ਤੋਂ ਕੇਵਲ ਤੇ ਕੇਵਲ 3 ਗਜ ਉਹ ਗੁਰਮੁਖ ਪਿਆਰਾ ਸੇਵਾਦਾਰ ਸੀ, ਇਸ ਪਾਸੇ ਖੱਬੀ ਪੁਰਪੜੀ 'ਚ ਉਹਦੇ ਗੋਲੀ ਵੱਜੀ ਤੇ ਇੱਕਦਮ ਥੱਲੇ ਡਿੱਗ ਪਿਆ। ਇਹ ਮੇਰੀ ਹੱਡ ਬੀਤੀ ਅੱਖੀਂ ਵੇਖਣ ਦੀ ਘਟਨਾ, ਚਸ਼ਮਦੀਦ। ਜਿਹੜਾ ਮੇਰਾ ਸਾਥੀ ਸੇਵਾਦਾਰ ਸੀ ਨਾ, ਇਸ ਪਾਸੇ ਤੋਂ ਜਿਹੜੇ ਪਾਸੇ ਆ ਗੇਟ ਵਿੱਚ ਗੋਲੀਆਂ ਵੱਜੀਆਂ ਨੇ, ਇਸ ਪਾਸੇ ਤੋਂ ਗੋਲੀ ਆਈ, ਉਸ ਗੁਰੂ ਕੇ ਲਾਲ ਦੀ ਖੱਬੀ ਪੁਰਪੜੀ 'ਚ ਵੱਜੀ, ਉਹ ਧਰਮ ਕਰਕੇ ਡਿੱਗ ਪਿਆ ਤੇ ਮੁੜ ਕੇ ਗੋਲੀਆਂ ਇੰਨੀਆਂ ਚੱਲੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਗੜਿਆਂ ਦਾ ਮੀਂਹ ਵਰਦਾ। ਜਿੱਥੇ ਆਪਾਂ ਟੂਟੀਆਂ ਤੇ ਹੱਥ ਧੋਣੇ ਆ, ਮੈਂ ਗੁਰੂ ਕੀ ਸੰਗਤ ਕਹਿ ਰਿਹਾ ਵੀ ਮੈਂ ਘਬਰਾ ਗਿਆ ਵੀ ਇਹ ਕੀ ਹੋਇਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਵੀ ਬੰਦਾ ਬੌਂਦਲ ਜਾਂਦਾ ਵੀ ਇੱਕਦਮ ਗੋਲੀਆਂ ਦਾ ਮੀਂਹ। ਮੈਂ ਉਸ ਥਾਂ ਤੇ ਖਲੋ ਗਿਆ ਤੇ ਜਿਹੜੀ ਆ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਲੰਗਰ ਦੇ ਕੋਲ ਡਿਉੜੀ ਹੈ, ਮੈਨੂੰ ਇਸ ਗੱਲ ਦੀ ਪਛਾਣ ਨਹੀਂ ਵੀ ਉਹ ਬੀਬੀ ਸੀ ਜਾਂ ਉਹ ਭਰਾ ਸੀ ਸਾਡਾ। ਉਹ ਢੋਲ ਆ ਕੇ ਬੈਠਾ ਸੀ, ਇੱਥੇ ਗੋਲੀਆਂ ਵੱਜਦੀਆਂ ਤੇ ਪੱਥਰ ਉੱਡਦਾ। ਉਸ ਗੁਰੂ ਕੇ ਲਾਲ ਨੂੰ ਜਾਂ ਮੇਰੀ ਭੈਣ ਨੂੰ ਗੋਲੀ ਵੱਜੀ ਤੇ ਜਿਵੇਂ ਚੱਕਰੀ ਭੌਂਦੀ ਹੈ ਨਾ, ਇਸ ਤਰ੍ਹਾਂ ਉਹ ਡਿਉੜੀ ਦੇ ਵਿੱਚੋਂ ਭੌਂਦਾ ਭੌਂਦਾ ਪਰਿਕਰਮਾ 'ਚ ਡਿੱਗ ਪਿਆ। ਮੈਂ ਇਹ ਆਪਣੀਆਂ ਅੱਖਾਂ ਨਾਲ ਸੀਨ ਵੇਖਿਆ। ਉਹ ਪੁਰਾਣੀ ਚੜ੍ਹਾਈ ਕਰ ਗਿਆ। ਮੇਰੇ ਮਨ ਵਿੱਚ ਇਹ ਵਿਚਾਰ ਆਈ ਵੀ ਮਨਾਂ ਬਹੁਤ ਲਾਗੇ ਹੈ ਤੇ ਜੇ ਅੰਦਰ ਹਰਿਮੰਦਰ ਸਾਹਿਬ ਮੱਥਾ ਟੇਕਦਿਆਂ ਗੋਲੀ ਵੱਜੇ ਤੇ ਕੰਮ ਸੈੱਟ ਰਹਿ, ਕਿਉਂਕਿ ਬਾਣੀ ਕਹਿੰਦੀ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ। ਖਿਆਲ ਹੈ ਨਾ, ਜਿਹੜਾ ਪੁਲ ਸੀ ਉਹ ਬਿਲਕੁਲ ਖਾਲੀ। ਦੌੜ ਕੇ ਮੈਂ ਅੰਦਰ ਗਿਆ, ਮੱਥਾ ਟੇਕਿਆ ਤੇ ਮੈਂ ਵਿਸ਼ੇਸ਼ ਤੌਰ ਤੇ ਜਿਹੜੇ ਗੁਰੂ ਕੇ ਰਾਗੀ ਸਿੰਘ ਉਹਨੂੰ ਨਮਸਕਾਰ ਕਰਦਾ। ਕਿਉਂ? ਸਾਡੇ ਵਰਗੇ ਘਾਬਰ ਗਏ, ਲੇਕਿਨ ਰਾਗੀ ਸਿੰਘਾਂ ਦੀ ਮਾਨਸਿਕ ਅਵਸਥਾ ਵਿੱਚ ਰੰਚਕ ਮਾਤਰ ਵੀ ਭੈ ਨਹੀਂ ਸੀ। ਉਹ ਕੀਰਤਨ ਬਿਲਕੁਲ ਸੁਰਤਾਲ ਤੇ ਰਾਗਾਂ 'ਚ ਕਰ ਰਹੇ ਸਨ। ਇਸ ਕਰਕੇ ਮੈਂ ਉਹਨਾਂ ਰਾਗੀ ਸਿੰਘਾਂ ਨੂੰ ਮੱਥਾ ਟੇਕਦਾ। ਮੱਥਾ ਟੇਕ ਕੇ ਮੈਂ ਫਿਰ ਵਾਪਸ ਆ ਗਿਆ। ਅਕਾਲ ਤਖਤ ਸਾਹਿਬ ਜਿੱਥੇ ਆਪਾਂ ਮੱਥਾ ਟੇਕਦੇ ਹਾਂ, ਉੱਥੇ ਗੋਲੀਆਂ ਦਾ ਢੇਰ ਲੱਗਾ ਸੀ ਤੇ ਮਨਾਵਾ ਪਿੰਡ ਦੇ ਜਿਹੜਾ ਸਾਡੇ ਭੂਰਿਆਂ ਦੇ ਬਿਲਕੁਲ ਲਾਗੇ ਹੈ, ਬਾਬਾ ਲੱਖੂ ਜੀ, ਜਿਨ੍ਹਾਂ ਦੇ ਬਾਰੇ ਆਪਾਂ ਇਤਿਹਾਸ ਪੜ੍ਹਦੇ ਵੀ ਜਿਨ੍ਹਾਂ ਦੀ ਬਚਨ ਨਾਲ ਆਵਾ ਕੱਚਾ ਰਿਹਾ, ਉਹਨਾਂ ਦੀ 10ਵੀਂ ਪੀੜ੍ਹੀ ਸਨ ਚਾਚਾ ਸੁਜਾਨ ਸਿੰਘ। ਮੇਰੇ ਦੁਨਿਆਵੀ ਰਿਸ਼ਤੇ ਕਰਕੇ ਚਾਚੇ ਲੱਗਦੇ ਸਨ ਭਾਈਚਾਰੇ ਦੇ ਤੌਰ ਤੇ। ਉਹ ਇਕੱਲੇ ਉੱਥੇ ਗੋਲੀਆਂ ਦੇ ਢੇਰ ਕੋਲ ਬੈਠੇ, ਜਿਵੇਂ ਦਾਣਿਆਂ ਦਾ ਢੇਰ ਹੁੰਦਾ ਨਾ, ਇੰਨੀਆਂ ਗੋਲੀਆਂ ਸਨ। ਮੈਂ ਜਾ ਕੇ ਫਤਿਹ ਬੁਲਾਈ ਤੇ ਕਹਿਣ ਲੱਗੇ, ਗਿਆਨੀ ਸਾਹਿਬ ਪੁੱਤਰਾ ਤੂੰ ਕਿਵੇਂ ਕਾਬੂ ਆ ਗਿਆ? ਮੈਂ ਕਿਹਾ ਚਾਚਾ ਜੀ ਇਸ ਕੰਮ ਲਈ ਆਏ ਸਾਂ, ਕਕਾਰ ਲੈਣ ਲਈ, ਤੇ ਇੱਥੇ ਗੱਲ ਹੋਰ ਹੋ ਗਈ। ਉਹ ਮੈਨੂੰ ਕਹਿਣ ਲੱਗੇ ਥੋੜ੍ਹੀ ਜਿਹੀ ਸੇਵਾ ਕਰ। ਮੈਂ ਕਿਹਾ ਦੱਸੋ। ਤੇ ਜਿਹੜੇ ਕਮਰੇ 'ਚ ਮੈਂ ਪਹਿਲਾਂ ਰਹਿੰਦਾ ਰਿਹਾ ਸਾਂ ਨਾ, ਗੁੱਠਵਾਲੇ 'ਚ, ਮੈਨੂੰ ਕਹਿੰਦੇ 3 ਹਥਿਆਰ। ਮੈਂ ਹਥਿਆਰਾਂ ਦੇ ਨਾਂ ਨਹੀਂ ਜਾਣਦਾ ਕਿਉਂਕਿ ਮੇਰਾ ਮਹਿਕਮਾ ਨਹੀਂ। ਮੈਨੂੰ ਅੱਜ ਤੱਕ ਵੀ, ਜੇ ਤੁਸੀਂ ਆਖੋ ਨਾ ਵੀ ਸ਼ਾਇਦ ਗਿਆਨੀ ਜੀ ਜਾਣ ਕੇ ਟਾਲਾ ਕਰ ਗਏ ਨੇ, ਮੈਨੂੰ ਅੱਜ ਤੱਕ ਵੀ ਪਤਾ ਨਹੀਂ ਵੀ ਪਿਸਤੌਲ ਕਿਹਨੂੰ ਕਹਿੰਦੇ ਤੇ ਰਿਵਾਲਵਰ ਕਿਹਨੂੰ ਕਹਿੰਦੇ ਨੇ। ਮੇਰੀ ਇਹ ਲੈਣ ਨਹੀਂ। ਮੈਨੂੰ ਕਹਿਣ ਲੱਗੇ 300 ਗੋਲੀ ਤੂੰ ਗਿਣ ਕੇ ਲੈ ਲਾ। ਮੈਂ ਉਹ ਆਪਣੇ ਪਰਨੇ ਵਿੱਚ 300 ਗੋਲੀ ਪਾਈ ਔਰ ਜਿਹੜੀ ਉਹ 3 ਹਥਿਆਰ ਸਨ, ਉਹ ਗੁਰੂ ਕੇ ਲਾਲ ਜਿਹੜੇ ਫੌਜੀ ਸਿੰਘ ਸਨ,
ਕਹਿਣ ਲੱਗੇ ਵੀ ਇਹ ਫੌਜੀ ਸਿੰਘਾਂ ਨੂੰ ਦੇਣੇ ਨੇ, ਮੈਂ ਉੱਥੇ ਦਿੱਤੇ। ਉਪਰੰਤ ਜਿੱਥੇ ਬਾਬਾ ਦੀਪ ਸਿੰਘ ਦਾ ਸਥਾਨ ਹੈ, ਇਹ ਗੱਲ ਮੈਂ ਕਹਿਣੀ ਭੁੱਲ ਚਲਿਆ ਸਾਂ। ਜਦੋਂ ਮੈਂ ਲਾਚੀ ਬੋਰੀ ਦੇ ਪਰਾਂ ਜਿਹੜੀਆਂ ਟੂਟੀਆਂ ਨੇ ਉੱਥੇ ਖਲੋਤਾ ਸੀ, ਜਿੱਥੇ ਆਪਾਂ ਹੱਥ ਧੋਣੇ ਆ, ਮੈਂ ਇਹਨਾਂ ਨੇਤਰਾਂ ਦੇ ਨਾਲ ਜਰਨਲ ਸ਼ਵੇਕ ਸਿੰਘ ਨੂੰ ਵੇਖਿਆ। ਖਾਸ ਕਰਕੇ ਜਦੋਂ ਮੈਂ ਮੁਤਾਸਰ ਹਾਂ, ਜਰਨਲ ਸ਼ਵੇਕ ਸਿੰਘ ਤੇ ਨਾਲ ਉਹਨਾਂ ਦੇ ਇੱਕ ਸਿੰਘ ਉਹਨਾਂ ਦਾ ਸੇਵਾਦਾਰ ਹੋਏਗਾ, ਜਿਹਨੂੰ ਅਸੀਂ ਖਜ਼ਾਨਾ ਕਹਿੰਦੇ ਆ। ਉਹਦਾ ਖਜ਼ਾਨਾ ਗੋਲੀਆਂ ਨਾਲ ਭਰਿਆ ਪਿਆ ਸੀ ਤੇ ਜਰਨਲ ਸ਼ਵੇਕ ਸਿੰਘ ਆਪਣੇ ਹੱਥ ਦੇ ਇਸ਼ਾਰਿਆਂ ਦੇ ਨਾਲ ਉਹਨੂੰ ਕੁਝ ਸਮਝਾ ਰਹੇ ਸਨ। ਤੇ ਜਿਹੜੀ ਗੱਲ ਤੋਂ ਮੁਤਾਸਰਾਂ ਦੇ ਤੁਹਾਨੂੰ ਕਹਿਣੀ ਚਾਹੁੰਦਾ, ਉਸ ਗੁਰੂ ਕੇ ਲਾਲ ਦੇ ਚਿਹਰੇ ਦੇ ਉੱਪਰ ਰੰਚਕ ਮਾਤਰ ਵੀ ਮੌਤ ਦਾ ਭੈ ਨਹੀਂ ਸੀ। ਆਪਾਂ ਤਾਂ ਘਬਰਾ ਜਾਂਦੇ ਹਨ। ਮੈਂ ਆਪਣੀ ਬੇਨਤੀ ਕੀਤੀ ਵੀ ਮੈਂ ਘਬਰਾ ਗਿਆ, ਪਰ ਉਸ ਗੁਰੂ ਕੇ ਲਾਲ ਦੇ ਚਿਹਰੇ ਤੇ ਰੰਚਕ ਮਾਤਰ ਵੀ ਮੌਤ ਦਾ ਭੈ ਨਹੀਂ। ਤੇ ਉਹ ਇਉਂ ਫਿਰਦਾ ਸੀ ਜਿਵੇਂ ਵਿਆਹ ਵਾਲੇ ਘਰ ਵਿੱਚ ਵਿਆਹ ਵਾਲੇ ਕਾਕੇ ਦੀ ਮਾਂ ਖੁਸ਼ੀ ਹੁੰਦੀ ਹੈ। ਔਰ ਉਸ ਗੁਰੂ ਕੇ ਲਾਲ ਨੇ ਥਾਂ ਥਾਂ ਤੇ ਜਿਹੜੇ ਮੋਰਚੇ ਸਨ ਉਹਨਾਂ ਦੀ ਨਜ਼ਰਸਾਨੀ ਕੀਤੀ। ਤੇ ਜਦੋਂ ਉਹ ਸ਼ਹੀਦ ਹੋਇਆ ਨਾ, ਉਹਨੂੰ ਅਕਾਲ ਤਖਤ ਸਾਹਿਬ ਚੱਕ ਕੇ ਲੈ ਕੇ ਗਏ। ਅਸੀਂ ਵੀ ਯਾਰੀਆਂ ਪਾਉਣੇ ਆ ਪਦਾਰਥਾਂ ਲਈ। ਇੱਥੋਂ ਤੱਕ ਕਈ ਘਟੀਆ ਲੋਕ ਕਿਸੇ ਦੀ ਪੱਤ ਲੁੱਟਣ ਦੀ ਯਾਰੀ ਪਾਉਂਦੇ ਨੇ, ਘਟੀਆ ਲੋਕ। ਸਰਦਾਰ ਸ਼ਵੇਕ ਸਿੰਘ ਜਨਰਲ ਬਾਬਾ ਜਰਨੈਲ ਸਿੰਘ ਨੂੰ ਕਹਿਣ ਲੱਗਾ, ਸੰਤ ਜੀ ਅਸੀਂ ਜਿੰਨੇ ਜੋਗੇ ਸਾਂ ਨਿਭਾ ਦਿੱਤੇ, ਤੇ ਮੇਰੀ ਇੱਕ ਅਰਦਾਸ ਕਰਿਆ ਜੀ। ਕਹਿੰਦੇ ਦੱਸੋ। ਕਹਿੰਦੇ ਮੈਂ ਵਾਰ-ਵਾਰ ਸਿੱਖਾਂ ਦੇ ਘਰ ਜਨਮ ਲੈ ਕੇ ਗੁਰੂ ਕੇ ਚਰਨਾਂ ਤੋਂ ਸ਼ਹੀਦ ਹੁੰਦਾ ਨਾ, ਮੇਰੀ ਇਹੋ ਹੀ ਇੱਕ ਮੰਗ ਹੈ। ਇਹ ਗੱਲ ਜਰਨਲ ਸ਼ਵੇਕ ਸਿੰਘ ਨੇ ਪ੍ਰਾਣ ਛੱਡਣ ਲੱਗੇ ਆਖਿਆ, ਸੰਤ ਜੀ ਮੈਨੂੰ ਆਪਣਾ ਜਾਣ ਕਰਕੇ ਮੇਰੀ ਇੱਕ ਅਰਦਾਸ ਕਰੋ ਵੀ ਮੈਂ ਵਾਰ-ਵਾਰ ਸਿੱਖਾਂ ਦੇ ਘਰ ਜਨਮ ਲੈ ਕੇ ਇਹ ਗੁਰੂ ਕੇ ਚਰਨਾਂ ਤੋਂ ਨਿਸ਼ਾਵਰ ਹੁੰਦਾ ਰਹਾਂ। ਉਹਨਾਂ ਦੇ ਵਿੱਚ ਇੱਕ ਭਾਈ ਦਲਬੀਰ ਸਿੰਘ ਤੇ ਧਗਾਣੇ ਪਿੰਡ ਦਾ, ਧਗਾਣਾ ਇਹ ਮੁਕਤਸਰ ਸਾਹਿਬ ਦੇ ਲਾਗੇ ਹੈ। ਧਗਾਣਾ, ਰਪਾਣਾ ਤੇ ਖਦਰਾਣਾ, ਉਹ ਤਿੰਨਾਂ ਪਿੰਡਾਂ ਦਾ ਆਪਾਂ ਗੱਲ ਪੜ੍ਹਦੇ ਹਾਂ। ਉਹ ਗੁਰੂ ਕਾ ਲਾਲ ਸਾਰੀ ਰਾਤ ਸਵਰ 'ਚ ਖਲੋ ਕਰਕੇ ਗੁਰਮੁਖੋ ਜਪਜੀ ਸਾਹਿਬ ਦਾ ਪਾਠ ਕਰਦਾ ਰਹਿੰਦਾ। ਤੇ ਮਹਾਂਪੁਰਸ਼ਾਂ ਨੇ ਬੁਲਾਇਆ ਵੀ ਉਹਨੂੰ ਬੁਲਾ ਕੇ ਲਿਆਓ। ਕਈਆਂ ਦਾ ਖਿਆਲ ਹੈ ਵੀ ਮਹਾਂਪੁਰਸ਼ਾਂ ਦਾ ਵਿਚਾਰ ਸੀ ਵੀ ਉਹਨੂੰ ਦਮਦਮੀ ਟਕਸਾਲ ਦੀ ਸੇਵਾ ਦਿੱਤੀ ਜਾਏ। ਉਸ ਭਾਈ ਦਲਬੀਰ ਸਿੰਘ ਨੇ ਪੰਕਤੀਆਂ ਪੜ੍ਹੀਆਂ, ਜਿਸ ਪਿਆਰੇ ਸਿੰਘ ਨੂੰ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਕਹਿਣ ਲੱਗੇ, ਸੰਤ ਜੀ ਤੁਹਾਡੇ ਨਾਲ ਪਿਆਰ ਹੈ ਤੇ ਮੈਂ ਚਾਹੁੰਦਾ ਵੀ ਤੁਹਾਡੇ ਤੋਂ ਪਹਿਲਾਂ ਦੁਨੀਆ ਤੋਂ ਜਾਵਾਂ। ਜਦੋਂ ਅਕਾਲ ਤਖਤ ਸਾਹਿਬ ਤੋਂ ਮਹਾਂਪੁਰਸ਼ ਬਾਹਰ ਨਿਕਲੇ ਨਾ, ਤੇ ਭਾਈ ਕਾਬਲ ਸਿੰਘ ਜਿਨ੍ਹਾਂ ਨੇ ਨਿਰੰਕਾਰੀ ਨੂੰ ਗੱਡੀ ਚੜਾਇਆ ਸੀ, ਕਹਿਣ ਲੱਗੇ, ਕਾਬਲ ਸਿੰਘ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਨੂੰ ਸੋਨੇ ਨਾਲ ਤੋਲਣ ਦਾ, ਤੇ ਕੋਈ ਮੰਗ। ਕਹਿਣ ਲੱਗਾ, ਮਹਾਂਪੁਰਸ਼ੋ ਮੰਗ ਕਾਹਦੀ ਹੈ? ਜਿੱਥੇ ਇੱਥੇ ਪ੍ਰੇਮ ਬਣਿਆ, ਪਰਲੋਕ ਵਿੱਚ ਵੀ ਆਪਣਾ ਪ੍ਰੇਮ ਬਣਿਆ ਰਹੇ ਤੇ ਮੈਨੂੰ ਨਾਲ ਹੀ ਲਈ ਚਲੋ। ਇਸ ਪ੍ਰਕਾਰ ਉਹ ਗੁਰੂ ਕੇ ਹੀਰਿਆਂ ਨੇ ਕੁਰਬਾਨੀ ਦਿੱਤੀ। ਭਾਈ ਅਮਰੀਕ ਸਿੰਘ ਨੇ, ਹੋਰ ਗੁਰੂ ਕੇ ਲਾਲ। ਉਹ ਕੱਲ੍ਹ ਤੇ ਪਰਸੋਂ ਭਾਈ ਜਸਵੀਰ ਸਿੰਘ ਖਾਲਸਾ ਦੀ ਡਿਊਟੀ ਹੈ ਗੁਰਮੁਖੋ, ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ। ਇਹ ਜੋ ਕੁਝ ਹੈ ਮੈਂ ਜੋ ਆਪਣੀ ਅੱਖੀਂ ਵੇਖਿਆ ਉਹਦੇ ਮੁਤਾਬਕ ਬੇਨਤੀ ਕੀਤੀ ਹੈ ਕਿ ਮੁੜ ਕੇ ਮੈਂ ਬਾਬਾ ਦੀਪ ਸਿੰਘ ਦੇ ਸਥਾਨ 'ਤੇ ਆਇਆ। ਅਸੀਂ 2 ਦਿਨ ਪਹਿਲਾਂ ਸੈਦੋਲਲ ਪਿੰਡ ਵਿੱਚ ਅੰਮ੍ਰਿਤ ਛਕਾਇਆ ਸੀ। ਉਹਨਾਂ ਤੋਂ ਬਸਤਰ ਲੈ ਕਰਕੇ ਮੁੜ ਕੇ ਮੈਂ ਮਹਿਤੇ ਚਲਾ ਗਿਆ। ਇਹ ਥੋੜ੍ਹੀ ਕੁ ਮੇਰੇ ਅੱਖੀਂ ਵੇਖਣ ਦੀ ਘਟਨਾ ਹੈ। ਔਰ ਬੀਬੀਆਂ ਆਪਣੇ ਬੱਚਿਆਂ ਨੂੰ ਲੈ ਕਰਕੇ ਬਰਾਂਡਿਆਂ ਵਿੱਚ ਬੈਠੀਆਂ ਸਨ ਔਰ ਉਹਨਾਂ ਪਾਪੀਆਂ ਨੇ ਉਹਨਾਂ ਨੂੰ ਭੁੰਨਿਆ। ਆਹ ਜਿਹੜਾ ਸਮੁੰਦਰੀ ਹਾਲ ਦੇ ਉਰਲੇ ਪਾਸੇ ਵਿਹੜਾ ਨਾ, ਇਸ ਥਾਂ 'ਤੇ ਉਹਨਾਂ ਨੇ ਉੱਪਰੋਂ ਬੰਬ ਸੁੱਟਿਆ, ਜਿਹਦੇ ਵਿੱਚ ਬੱਗਾ ਸਿੰਘ ਬਠਿੰਡੇ ਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ, ਗੁਰਚਰਨ ਸਿੰਘ ਸਕੱਤਰ ਤੇ ਹੋਰ ਬਹੁਤ ਸਾਰੇ ਪਰਮੇਸ਼ਰ ਦੇ ਪਿਆਰੇ ਮਾਰੇ ਗਏ। ਇੱਕ ਬੀਬੀ ਚੜ੍ਹਾਈ ਕਰ ਗਈ, ਉਹਦੀ ਛਾਤੀ 'ਤੇ ਉਹਦਾ ਬੱਚਾ ਸੀ। ਇੱਕ ਮੁਲਾਜ਼ਮ ਆਇਆ,
ਉਹਨੇ ਬੱਚੇ ਨੂੰ ਧੂ ਕੇ ਪੜਕਾ ਕਰਕੇ ਬੁਰਜੀ ਨਾਲ ਮਾਰ ਕੇ ਉਹਨੂੰ ਸ਼ਹੀਦ ਕੀਤਾ। ਇਹ ਉਹਨਾਂ ਗੁਰਮੁਖ ਪਿਆਰਿਆਂ ਦਾਸਤਾਨ ਕਹਿਣ ਤੋਂ ਭਾਵ ਇਹ ਹੈ ਵੀ ਗੁਰਮੁਖੋ ਜਿਹਨੂੰ ਕਹਿੰਦੇ ਨੇ ਫਿਲ ਇਨ ਬਲੈਂਕਸ, ਅਸੀਂ ਉਹਨਾਂ ਆਪਣੇ ਵਡੇਰਿਆਂ ਨੂੰ ਚੇਤੇ ਕਰੀਏ। ਉਹਨਾਂ ਗੁਰੂ ਧਾਮਾਂ ਲਈ ਕੀ ਕੀਤਾ, ਅਸੀਂ ਕਿੱਥੇ ਕੁ ਚਲੇ ਗਏ ਹਾਂ। ਅਤੇ ਪਰਸੋਂ 6 ਜੂਨ ਨੂੰ ਉਹ ਦਿਹਾੜਾ ਮਨਾਇਆ ਜਾਣਾ। ਮੈਂ ਆਪਣੇ ਕੌਮ ਦੇ ਭਰਾਵਾਂ ਨੂੰ ਬੇਨਤੀ ਕਰਾਂ ਜਿਨ੍ਹਾਂ ਨੇ ਉੱਥੇ ਹਾਜ਼ਰੀ ਭਰਨੀ ਹੈ, ਉਹ ਇੱਕ ਦੂਜੇ ਨੂੰ ਗੱਲ ਬੱਕੜੀਆਂ ਪਾ ਕੇ ਮਿਲਣ। ਉੱਥੇ ਇਹੋ ਜਿਹਾ ਹਾਲਾਤ ਨਾ ਬਣਾਉਣ ਵੀ ਭਰਾ ਦੇ ਨਾਲ ਭਰਾ ਬਣੇ। ਇਹ ਪੁਲਿਸ ਵਾਲੇ ਸਾਡੀਆਂ ਬਾਹਾਂ ਮਰੋੜ ਕਰਕੇ ਸਾਨੂੰ ਬਾਹਰ ਲਿਜਾਣ। ਮੈਂ ਬੇਨਤੀ ਕਰਾਂਗੀ ਕਿ ਸਾਨੂੰ ਇਹਨਾਂ ਹਾਲਾਤਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ। ਇਹ ਬੇਨਤੀ ਰੂਪ ਵਿੱਚ ਮੈਂ ਕਹਿ ਰਿਹਾ। ਧੰਨਵਾਦ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੀਆਂ ਸੰਗਤਾਂ ਦਾ। ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਇਸ 'ਤੇ ਗੁਰਬਾਣੀ ਸ਼ਬਦ ਕੀਰਤਨ ਅਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।